आए प्रभ शरणागति, कृपा निध दयाल। एक अखर हर मन वस्त, नानक होत निहाल। सम्मानयोग गुरु जी की साजी हुई गुरु प्यारी साध संगत जी, गुरु साहिब जी की अपार बख्शिश हुई है। सोहणियां दे सुल्तान जी, जिन्हां दे चरणां दे विच सज के हाजरियां भरन दा सुभाग भरिया समा सानू वाहिगुरु जी ने बख्शिया है। गुरबाणी दी विचार नूं आरंभ करिए। प्रथम प्यार अदब ते सत्कार दे नाल आखिए जी वाहिगुरु जी का खालसा, वाहिगुरु जी की फतेह। अज दा जो हुक्मनामा साहिब है, यह गुरु रामदास जी महाराज, गुरु गरीब नवाज, तिन्हां दे मिठी रसना तो गायन किया होया शब्द राग सूही दे विच 735 अंग तो आरंभ हो के 736 अंग ते यह संपूर्ण हो जाता है। इस पावन शब्द दे अंदर गुरु रामदास जी ने हौमे की गल की है। केंद्री भाव आ हुक्मनामे का वो है हौमे, जिहदे विच वो कह रहे आ कि ये रोग दे नाल सारी दुनिया ही रोगी हुई पई आ। हौमे रोग सब जगत व्यापिया, हौमे रोग सब जगत व्यापिया। तिनको जन्म मरण दुख भारी। हुण गुरु रामदास जी जो हौमे आ ਉਹਦੇ बारे जिक्र करते हुए कुछ देवतियां का भी जिक्र करते आ कि वो भी ये तो बच नहीं सके। ब्रह्मा विष्णु महादेव त्रै गुण रोगी, बिच हौमे कार कमाई। जिन किए तिसे न चेते बपड़े, हर गुरमुख सोझी पाई। इन्नी ज़्यादा ये भयानक हौमे आ, रोग आ, एक बीमारी आ। जिन्हां ने ऐसे देवते सीगे ब्रह्मा विष्णु महादेव वर्गे, शिव वर्गे, उन्होंने भी इन्हें बख्शिया नहीं। उन्होंने भी ये वाला रोग है, उन्होंने भी ये हौमे वाला रोग लग गया। तो भाव की आ, सब तो बड़ा वड्डा विकार आ हौमे, वड्डा गुबार है। हौमे विच बुझ न सके कोई, हौमे ही आ बंदे दी। इस करके जिहड़ी बाणी आ, बाणी आपां पढ़दे तां ही आ कि साडी जिहड़ी हौमे आ, वो मैं वाली जिहड़ी भावना खत्म हो जाए। सानू समझ आवे कि असीं असल दे विच कुछ नहीं हैगे, असीं ना कुछ हाँ। दुनिया दे विच एक संत होए, ना सी उन्हां दा लुकमान संत। उन्हां दी एक किताब पढ़ रहा सी मैं, बहुत सोहनी आ। उन्होंने एक गाथा लिखी आ। उन्होंने लिखिया कि एक बार एक हाथी सी, हाथी दे उपर आके एक मक्खी जिहड़ी आ बैठ जाती है, ते वो कह रही आ उन्होंने कि तैनू मेरा भार लगता होवेगा, मैं तेरे उपर बैठ गई हाँ। ते हाथी मस्त जा रहे अपनी चाल विच, जिद्दां हुंदा हाथी दी चाल हुंदी है।
ਉਹ ਫਿਰ ਆਵਾਜ਼ ਪਹੁੰਚਾਉਣਾ ਚਾਹੁੰਦੀ ਆ। ਇਹ ਵੀ ਕਹਿੰਦੀ ਆ ਜਦੋਂ ਪੁਲ ਆਉਂਦਾ ਥੱਲੇ ਨੀਚੇ ਵੱਡੀ ਸਾਰੀ ਖੱਡ ਆ ਕਿ ਜੇ ਤੈਨੂੰ ਮੇਰਾ ਭਾਰ ਲੱਗੇ ਤੇ ਮੈਂ ਉੱਡ ਵੀ ਸਕਦੀ ਹਾਂ, ਮੇਰੇ ਕੋਲ ਖੰਭ ਨੇ। ਇੱਦਾਂ ਉਹ ਕਹਿੰਦੀ ਆ, ਪਰ ਉਹਨੂੰ ਹਾਥੀ ਨੂੰ ਕੋਈ ਵੀ ਨਹੀਂ ਪਤਾ। ਸਾਰਾ ਰਸਤਾ ਤੈਅ ਹੋ ਜਾਂਦਾ, ਮੰਜ਼ਿਲ। ਫਿਰ ਉਹ ਜਾਣ ਲੱਗਿਆਂ ਕਹਿੰਦੀ ਆ ਕਿ ਤੇਰੇ ਨਾਲ ਸਫ਼ਰ ਬਹੁਤ ਚੰਗਾ ਰਿਹਾ, ਤੈਨੂੰ ਮੇਰਾ ਸਾਥ ਬਹੁਤ ਚੰਗਾ ਲੱਗਾ ਹੋਊਗਾ। ਤਾਂ ਉਹ ਪ੍ਰਗਟ ਕਰਨਾ ਚਾਹੁੰਦੀ ਆ ਕਿ ਮੈਂ ਕੁਝ ਹੈਗੀ ਹਾਂ। ਅਸਲ ਦੇ ਵਿੱਚ ਹਾਥੀ ਨੂੰ ਨਾ ਤਾਂ ਉਹਦੀ ਆਈ ਦਾ ਪਤਾ ਲੱਗਾ ਤੇ ਨਾ ਜਾਣ ਤੇ ਪਤਾ ਲੱਗਾ, ਪਰ ਫਿਰ ਵੀ ਉਹ ਜਤਾਉਣਾ ਚਾਹੁੰਦੀ ਆ ਵੀ ਮੈਂ ਕੁਝ ਹੈਗੀ ਹਾਂ। ਉਹਨਾਂ ਨੇ ਲੁਕਮਾਨ ਸੰਤ ਜੀ ਲਿਖਦੇ ਆ ਤੇ ਫਿਰ ਕਹਿੰਦੇ ਇੱਦਾਂ ਹੀ ਬੰਦਾ ਕਰਦਾ। ਅਸੀਂ ਘਰ ਵੀ ਬਣਾਉਂਦੇ ਆ ਇਹੋ ਜਿਹੇ ਵੀ ਦੂਜੇ ਦੇਖਣ, ਦੂਜਿਆਂ ਨੂੰ ਪਤਾ ਲੱਗੇ। ਕੱਪੜੇ ਵੀ ਅਸੀਂ ਉਹ ਚੁਣਦੇ ਹਾਂ ਕਿ ਦੂਜੇ ਦੇਖਣ, ਦੂਜਿਆਂ ਨੂੰ ਪਤਾ ਲੱਗੇ। ਸਾਰਾ ਸਾਡਾ ਸਭ ਕੁਝ ਹੀ ਸਿਰਫ ਦੂਜਿਆਂ ਨੂੰ ਦਿਖਾਉਣ ਲਈ ਹੈ। ਜੇ ਦੂਜਾ ਨਾ ਹੋਵੇ ਤੇ ਅਸੀਂ ਉਦਾਸ ਹੋ ਜਾਂਦੇ ਹਾਂ, ਪਰੇਸ਼ਾਨ ਹੋ ਜਾਂਦੇ ਹਾਂ, ਕਿਉਂਕਿ ਫਿਰ ਸਾਡੀ ਜਿਹੜੀ ਹਉਮੈ ਆ ਉਹਨੂੰ ਦਿਖਾਉਣ ਲਈ ਕੋਈ ਬੰਦਾ ਹੀ ਨਹੀਂ ਹੈਗਾ। ਫਿਰ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਇਕਾਂਤ ਵਿੱਚ। ਤਾਂ ਹੀ ਬੰਦਾ ਬੰਦਗੀ ਨਹੀਂ ਕਰ ਸਕਦਾ। ਉੱਥੇ ਇਕਾਂਤ ਆ ਬੰਦਗੀ ਦੇ ਵਿੱਚ। ਇੱਥੇ ਅਸੀਂ ਦੂਜਾ ਭਾਲਦੇ ਹਾਂ, ਦੂਜਾ ਸਾਡੇ ਕੱਪੜੇ ਦੇਖੇ, ਦੂਜਾ ਸਾਡੇ ਘਰ ਦੇਖੇ। ਵੱਡੀ ਗੱਡੀ ਵੀ ਲੋਕ ਤਾਂ ਹੀ ਲੈਂਦੇ ਆ ਕਿ ਦੂਜਿਆਂ ਨੂੰ ਦੇਖਣ। ਤੇ ਇਹ ਬਣੀਆਂ ਹੀ ਤਾਂ ਵਾ ਹਉਮੈ ਨੂੰ ਸੰਤੁਸ਼ਟ ਕਰਨ ਲਈ ਬੰਦੇ ਦੇ। ਸਰ ਛੋਟੀ ਕਾਰਨ ਵੀ ਜਾਂਦਾ। ਇਸ ਕਰਕੇ ਸਾਰੀਆਂ ਚੀਜ਼ਾਂ ਬਸ ਕਾਰਨ ਉਹਦਾ ਹਉਮੈ ਹੀ ਆ। ਗੁਰੂ ਸਾਹਿਬ ਜੀ ਨੇ ਦੱਸਿਆ ਅੱਜ ਕੱਪੜੇ ਵੀ ਅਸੀਂ ਉਹ ਚੁਣਦੇ ਹਾਂ ਦੂਜੇ ਦੇਖਣ, ਉਹ ਵਾਲੇ। ਘਰਾਂ ਦੇ ਨਕਸ਼ੇ ਵੀ ਇਹੋ ਜਿਹੇ ਬਣਾਉਂਦੇ ਆ ਵੀ ਦੂਜੇ ਦੇਖਣ। ਸਭ ਕੁਝ ਦੂਜੇ ਦੇਖਣ ਤਾਂ ਹੀ ਕਰਦੇ। ਕਈ ਵਾਰ ਸੇਵਾ ਵੀ, ਗੁਰਦੁਆਰੇ ਆਉਣਾ ਵੀ ਕਈਆਂ ਦਾ ਇਵੇਂ ਹੁੰਦਾ ਵੀ ਦੂਜੇ ਦੇਖਣ। ਇੱਥੋਂ ਤੱਕ ਈਵਨ ਕਿ ਹੁਣ ਤੁਸੀਂ ਹਿਸਾਬ ਲਾਓ ਆਪਣਾ ਕਿ ਹਉਮੈ ਜਿਹੜੀ ਆ ਇਹ ਸੱਚੀਆਂ ਗੱਲਾਂ ਗੁਰੂ ਰਾਮਦਾਸ ਜੀ ਦੀਆਂ ਤੇ ਲੁਕਮਾਨ ਸੰਤ ਦੀਆਂ, ਤਾਂ ਇਹ ਕਿਵੇਂ ਮਰੂਗੀ ਫਿਰ? ਕੀ ਇਹਦਾ ਇਲਾਜ ਹੈ? ਹਉਮੈ ਦੀਰਘ ਰੋਗ ਹੈ, ਕੀ ਇਹਦਾ ਇਲਾਜ ਹੈ? ਦਾਰੂ ਵੀ ਸਮਾਏ, ਬਿਲਕੁਲ ਹੈ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਇਹ ਇਹਦਾ ਇਲਾਜ ਆ। ਹਉਮੈ ਹੈ, ਹਉਮੈ ਰੋਗ ਆ, ਹਉਮੈ ਵੱਡਾ ਰੋਗ ਆ। ਤੇ ਇਲਾਜ ਇਹਦਾ ਕੀ ਆ? ਗੁਰੂ ਦਾ ਸ਼ਬਦ, ਕਥਾ ਕਰਨੀ, ਕੀਰਤਨ ਸੁਣਨਾ, ਗੁਰਬਾਣੀ ਸੁਣਨੀ, ਗੁਰੂ ਸਾਹਿਬ ਦੀ ਬਾਣੀ ਪੜ੍ਹਨੀ। ਇਹ ਦਰ 'ਤੇ ਬੈਠਣ ਦੇ ਵਾਂਗ ਆ। ਦਰ 'ਤੇ ਬੈਠਣ ਵਾਲੇ ਹੀ ਦਰ ਦੇ ਅੰਦਰ ਦਾਖਲ ਹੋਣ ਦੇ ਹੱਕਦਾਰ ਹੁੰਦੇ ਆ। ਕੀਰਤਨ ਸੁਣਨਾ, ਗੁਰੂ ਦਾ ਇਤਿਹਾਸ ਸੁਣਨਾ, ਗੁਰੂ ਦੀਆਂ ਸਾਖੀਆਂ ਸੁਣਨੀਆਂ ਪਰਮਾਤਮਾ ਦੇ ਦਰ 'ਤੇ ਬੈਠਣ ਵਾਂਗ ਆ। ਜਿਹੜੇ ਦਰ 'ਤੇ ਬਹਿੰਦੇ ਨੇ ਉਹੀ ਦਰ ਦੇ ਅੰਦਰ ਦਾਖਲ ਹੋਣ ਦੇ ਹੱਕਦਾਰ ਹੁੰਦੇ ਆ, ਦੂਜਾ ਨਹੀਂ। ਤਾਂ ਇਸ ਕਰਕੇ ਲੁਕਮਾਨ ਸੰਤ ਨੇ ਜੋ ਕਿਹਾ ਬਹੁਤ ਡੂੰਘੀ ਗੱਲ ਕਰ ਦਿੱਤੀ ਉਹਨਾਂ ਨੇ ਕਿ ਮੱਖੀ ਹੈ ਕੁਝ ਵੀ ਨਹੀਂ ਹੈਗੀ, ਪਰ ਹਾਥੀ ਨੂੰ ਉਹ ਦਿਖਾਉਣਾ ਚਾਹੁੰਦੀ ਆ ਕਿ ਮੈਂ ਕੁਝ ਹੈਗੀ ਹਾਂ। ਇਨਸਾਨ ਹੈਗਾ ਕੁਝ ਵੀ ਨਹੀਂ ਹੈਗਾ। ਕੀ ਆ? ਜੈਸੇ ਜਲ 'ਤੇ ਬੁਦਬੁਦਾ, ਜਿਵੇਂ ਕਿ ਪਾਣੀ ਦੇ ਉੱਪਰ ਬੁਲਬੁਲੇ ਬਣਦੇ ਆ। ਉਪਜੈ ਬਿਨ ਸੈ ਨੀਤ, ਬਣਦੇ ਆ ਫੁੱਟ ਜਾਂਦੇ ਆ। ਇਤਨਾ ਕੀ ਹੀ ਵਜੂਦ ਹੈ ਬੰਦੇ ਦਾ। ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਣ ਮੀਤ। ਮਰਨਾ ਨਾਮ ਹੈ ਮੁੱਕ ਜਾਣੇ ਦਾ, ਮੁੱਕ ਗਿਆ ਬਸ ਹੋਈ। ਮਰ ਗਿਆ ਜਿਹੜਾ ਦੁਨੀਆ ਵਿੱਚੋਂ, ਮੁੜ ਕੇ ਮਿਲਿਆ ਨਾ ਕੋਈ। ਦਮ ਦੇ ਨਾਲੇ ਆਦਮ ਬਣਿਆ, ਦਮ ਮੁੱਕਾ ਬਸ ਹੋਇਆ। ਇੱਕ ਦਿਨ ਤੇਰੀਆਂ ਗੱਲਾਂ ਹੋਸਨ, ਅੱਜ ਰੰਗੀਲਾ ਸੋਇਆ। ਜਗ ਰਚਨਾ ਸਭ ਝੂਠ ਹੈ, ਜਾਣ ਲਿਹੋ ਰੇ ਮੀਤ। ਕਹਿ ਨਾਨਕ ਥਿਰ ਨਾ ਰਹਿ, ਜਿਉਂ ਬਾਲੂ ਕੀ ਭੀਤ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਆ ਕਿ ਹੇ ਇਨਸਾਨ, ਜਿਸ ਤਰ੍ਹਾਂ ਤੂੰ ਆਖਦਾ ਹੈ ਕਿ ਮੈਂ ਕੁਝ ਹਾਂ, ਇਹੀ ਚੀਜ਼ ਨੇ ਤੈਨੂੰ ਦੂਰ ਕੀਤਾ ਹੋਇਆ।
ਗੁਰੂ ਨਾਲੋਂ, ਰੱਬ ਨਾਲੋਂ। ਇਹੀ ਇੱਕ ਗੱਲ ਆ ਜਿਹਨੇ ਤੈਨੂੰ ਬਹੁਤ ਕੋਹਾਂ ਦੀ ਵਾਟ ਦੂਰ ਲੈ ਗਿਆ, ਪਿੱਛੇ ਸੁੱਟਤਾ ਤੇਰੇ ਰੱਬ ਦੇ ਨਾਲੋਂ, ਤੇਰੀ ਹਉਮੈ ਨੇ। ਹੁਣ ਗੁਰੂ ਰਾਮਦਾਸ ਜੀ ਕੀ ਕਹਿੰਦੇ ਆ, ਆਓ ਆਪਾਂ ਇਹਨੂੰ ਸਮਝੀਏ। ਸੂਹੀ ਮਹੱਲਾ ਚੌਥਾ। ਸੂਹੀ ਰਾਗ ਦਾ ਸ਼ਬਦ ਹੈ, 735 ਅੰਗ ਤੇ। ਮਹੱਲਾ ਚੌਥਾ ਤੋਂ ਭਾਵ ਕਿ ਇਹ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦੀ ਬਾਣੀ ਆ, ਚੌਥੇ ਪਾਤਸ਼ਾਹ ਦੀ। ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਤਿਨ ਕੇ ਸਭ ਰੋਗ ਗਵਾਏ। ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਵਸ ਜਾਂਦਾ ਹੈ। ਦੇਖੋ ਕਿ ਬਾਣੀ ਹੁਣ ਪੜ੍ਹਨਾ ਹੋਰ ਗੱਲ ਆ, ਬਾਣੀ ਨੂੰ ਸਮਝਣਾ ਹੋਰ ਗੱਲ ਆ। ਬਾਣੀ ਨੂੰ ਸਮਝ ਕੇ ਪੜ੍ਹ ਕੇ ਅੰਦਰ ਵਸਾ ਲੈਣਾ ਇਹ ਹੋਰ ਗੱਲ ਆ। ਇਹਨਾਂ 'ਚ ਬਹੁਤ ਫਰਕ ਆ। ਬਾਣੀ ਪੜ੍ਹਨੀ, ਬਾਣੀ ਨੂੰ ਅੰਦਰ ਵਸਾਉਣਾ, ਜਿਵੇਂ ਜ਼ਮੀਨ ਤੇ ਅਸਮਾਨ ਆ, ਇਹਨਾਂ 'ਚ ਫਰਕ ਆ। ਇਵੇਂ ਹੀ ਇਹਨਾਂ ਦੋਨਾਂ ਗੱਲਾਂ 'ਚ ਫਰਕ ਆ। ਹੁਣ ਜ਼ਰੂਰੀ ਨਹੀਂ ਕਿ ਜੋ ਪੜ੍ਹਦਾ ਉਹ ਕਮਾਉਂਦਾ ਹੀ ਹੋਊਗਾ, ਜ਼ਰੂਰੀ ਨਹੀਂ ਹੈਗੀ ਗੱਲ ਇਹ। ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਜਿਨ੍ਹਾਂ ਨੇ ਬਾਣੀ ਨੂੰ ਪੜ੍ਹਿਆ, ਪੜ੍ਹਨ ਤੋਂ ਬਾਅਦ ਅੰਦਰ ਲੈ ਗਏ, ਅੰਦਰ ਆਪਦੇ ਵਸਾ ਲਿਆ, ਗਲ ਤੋਂ ਹੇਠਾਂ ਲੈ ਗਏ, ਪਚਾ ਲਿਆ ਜਿਨ੍ਹਾਂ ਨੇ, ਤਿਨ ਕੇ ਸਭ ਰੋਗ ਗਵਾਏ। ਅਸਲ ਵਿੱਚ ਉਹਨਾਂ ਦਾ ਹੀ ਰੋਗ ਦੂਰ ਹੋਇਆ ਜਿਹਨੂੰ ਹਉਮੈ ਆਖਦੇ ਆ, ਜਿਹਨੂੰ ਮੈਂ ਕਹਿੰਦੇ ਆ। ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ, ਤਿਨ ਪਵਿੱਤ ਪਰਮ ਪਦ ਪਾਏ। ਫਿਰ ਉਹਨਾਂ ਦੀ ਬਹੁਤ ਸੋਭਾ ਹੁੰਦੀ ਆ। ਭਗਤ ਕਬੀਰ ਜੀ ਹੋਏ, ਭਗਤ ਫਰੀਦ ਜੀ ਹਨ, ਇਹਨਾਂ ਦੀ ਇਤਨੀ ਸੋਭਾ ਹੁੰਦੀ ਆ, ਇਤਨੀ ਜ਼ਿਆਦਾ, ਕਿਉਂਕਿ ਪਵਿੱਤ ਪਰਮ ਪਦ ਪਾਏ। ਪਦਵੀ ਇਹਨਾਂ ਨੇ ਵੱਡੀ ਪਾਲੀ, ਹਉਮੈ ਇਹਨਾਂ ਵਿੱਚ ਰਹੀ ਨਹੀਂ। ਮੇਰੇ ਰਾਮ ਹਰ ਜਨ ਆਰੋਗ ਭਏ, ਹੇ ਮੇਰੇ ਵਾਹਿਗੁਰੂ, ਹੇ ਮੇਰੇ ਰਾਮ ਜੀ, ਹੇ ਮੇਰੇ ਖੁਦਾ ਜੀ। ਹਰੀ ਦੇ ਜਨ, ਰੱਬ ਦੇ ਪਿਆਰੇ ਹਉਮੈ ਤੋਂ ਮੁਕਤ ਹੁੰਦੇ ਆ। ਰੱਬ ਦੇ ਪਿਆਰੇ ਹਉਮੈ ਤੋਂ ਮੁਕਤ ਹੁੰਦੇ ਆ। ਗੁਰ ਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ, ਗੁਰੂ ਦੇ ਬਚਨਾਂ ਨੂੰ ਜਿਨ੍ਹਾਂ ਨੇ ਕਮਾ ਲਿਆ, ਤਿਨਕੇ ਹਉਮੈ ਰੋਗ ਗਏ, ਤਿਨਕੇ ਹਉਮੈ ਰੋਗ ਗਏ। ਤਾਂ ਇਨਸਾਨ ਦੇ ਵਿੱਚ ਵਿਕਾਰ ਜਿਹੜੇ ਆ, ਤੁਸੀਂ ਜਦੋਂ ਕਿਤੇ ਵੀ ਪੜ੍ਹੋਗੇ ਇਹਨਾਂ ਨੂੰ, ਹੰਕਾਰ ਐਂਡ ਤੇ ਨਾਮ ਲਿਆ ਜਾਊਗਾ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ। ਇਸ ਦੇਹੀ ਅੰਦਰ, ਇਸ ਸਰੀਰ ਦੇ ਅੰਦਰ ਪੰਜ ਚੋਰ ਵਸੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਹੰਕਾਰ ਹਮੇਸ਼ਾ ਐਂਡ ਤੇ ਲੈਂਦੇ ਆ ਨਾ। ਕਿਉਂ ਲੈਂਦੇ ਆ? ਇਹਦਾ ਕਾਰਨ ਕੀ ਆ? ਗੁਰੂ ਸਾਹਿਬ ਨੇ ਇਹਨੂੰ 5ਵੇਂ ਨੰਬਰ ਤੇ ਕਿਉਂ ਰੱਖਿਆ? ਐਂਡ ਤੇ ਮਰਦਾ, ਇਹ ਬਹੁਤ ਔਖਾ ਮਰਦਾ। ਥੋੜ੍ਹਾ ਜਿਹਾ ਤੁਸੀਂ ਬਚਾਓ, ਸਾਰਾ ਬਚ ਜਾਂਦਾ। ਹੰਕਾਰ ਇਹੋ ਜਿਹੀ ਚੀਜ਼ ਆ, ਇਹੋ ਜਿਹਾ ਰੋਗ ਆ, ਥੋੜ੍ਹਾ ਜਿਹਾ ਵੀ ਰਹਿ ਗਿਆ ਨਾ, ਥੋੜ੍ਹਾ ਜਿਹਾ, ਸਾਰਾ ਰਹਿ ਜਾਂਦਾ ਹੈ। ਪਹਿਲਾਂ ਕਾਮ ਮਰਦਾ, ਫਿਰ ਕ੍ਰੋਧ ਮਰਦਾ, ਫਿਰ ਲੋਭ ਲਾਲਚ ਮਰਦਾ, ਫਿਰ ਮੋਹ ਮਰਦਾ, ਐਂਡ ਤੇ ਮਰਦਾ ਸਭ ਤੋਂ। ਹੰਕਾਰ ਜਿਹੜਾ ਹੈ ਐਂਡ ਤੇ ਖਤਮ ਹੁੰਦਾ। ਇੰਨਾ ਬਲਵਾਨ ਸਭ ਤੋਂ ਜ਼ਿਆਦਾ, ਉਹਦੀ ਅੱਜ ਗੱਲ ਹੋ ਰਹੀ ਹੈ। ਇੱਕ ਕਵਿਤਾ ਕਿਸੇ ਨੇ ਬਹੁਤ ਸੋਹਣੀ ਲਿਖੀ, ਬਹੁਤ ਜ਼ਿਆਦਾ ਪਿਆਰੀ ਆ। ਕਹਿੰਦੇ ਇੱਕ ਦਿਨ ਪਰਮਾਤਮਾ ਨੇ, ਰੱਬ ਜੀ ਨੇ ਸਭਾ ਸਜਾਈ। ਕੁੱਲ ਕਹਿਆ ਕੁੱਲ ਹਾਕਮ ਹੋਇਆ, ਹੁਕਮ ਹੋਇਆ ਕੁਝ ਗਾਓ। ਆਪੋ ਆਪਣੀ ਬੋਲੀ ਵਿੱਚ ਦਿਲ ਦਾ ਹਾਲ ਸੁਣਾਓ। ਰੱਬ ਜੀ ਨੇ ਇੱਕ ਦਿਨ ਸਭਾ ਸਜਾਈ, ਪਰਮੇਸ਼ਰ ਨੇ, ਵਾਹਿਗੁਰੂ ਨੇ, ਪਾਕ ਪਰਵਦਗਾਰ ਜੀ ਨੇ। ਸਭਾ ਦੇ ਵਿੱਚ ਬਹੁਤ ਸਾਰੇ ਜੀਅ ਇਕੱਠੇ ਹੋਏ, ਛੋਟੇ ਛੋਟੇ ਬੋਟ, ਪੰਛੀ, ਜਿਨ੍ਹਾਂ ਦੇ ਵਿੱਚ ਇੱਕ ਬੱਕਰਾ ਵੀ ਆ ਗਿਆ। ਤੇ ਜਦੋਂ ਉਹਨਾਂ ਆਖਿਆ ਕਿ ਆਪੋ ਆਪਣੀ
ਬੋਲੀ ਵਿੱਚ ਦਿਲ ਦਾ ਹਾਲ ਸੁਣਾਓ। ਇਹ ਸੁਣ ਇੱਕ ਬੱਕਰੇ ਨੇ ਮੈਂ ਕੀਤੀ, ਇਹ ਸੁਣ ਇੱਕ ਬੱਕਰੇ ਨੇ ਮੈਂ ਕੀਤੀ। ਇਹ ਸੁਣ ਕੇ ਫਿਰ ਜਿਹੜਾ ਉੱਥੇ ਬੱਕਰਾ ਸੀ ਤੇ ਉਹਨੇ ਆਪਦੀ ਭਾਸ਼ਾ ਵਿੱਚ ਬੋਲਣਾ ਸ਼ੁਰੂ ਕੀਤਾ, ਮੈਂ ਰੱਬ ਨੂੰ ਫਿਰ ਆਖਣਾ ਪਿਆ ਕਿ ਸਭ ਤੋਂ ਪਹਿਲਾਂ ਇਸ ਮੈਂ ਤੇ ਛੁਰੀ ਟਿਕਾਓ। ਇਹ ਜ਼ਿਆਦਾ ਮੈਂ ਕਰ ਰਿਹਾ ਹੈ, ਬਹੁਤ ਜ਼ਿਆਦਾ। ਉਹਨੂੰ ਲਿਆਂਦਾ ਗਿਆ, ਜਦੋਂ ਉਹਦੇ ਗਲੇ ਤੇ ਛੁਰੀ ਰੱਖੀ, ਇਹ ਸੁਣ ਇੱਕ ਨਿੱਕੜੀ ਜਿੰਦ ਮੈਂ ਨਾ ਬੋਲੀ। ਤੇ ਇੱਕ ਨਿੱਕਾ ਜਿਹਾ ਪੰਛੀ ਸੀ, ਬੋਟ ਸੀਗਾ ਬਿਲਕੁਲ ਛੋਟੇ ਆਕਾਰ ਦਾ, ਤੇ ਉਹਨੇ ਕਿਹਾ ਮੈਂ ਨਹੀਂ। ਸਾਰੇ ਪੁੱਛਦੇ ਆ ਫਿਰ ਤੂੰ ਇਹ ਕਿਉਂ ਬੋਲ ਰਹੀ ਆ ਉਹ ਪੰਛੀ ਤੋਂ। ਉਹਨੇ ਆਖਿਆ, ਜਵਾਬ ਦਿੱਤਾ ਕਿ ਜਿਹੜਾ ਮੈਂ ਕਰਦਾ ਹੈ ਬਹੁਤ ਜ਼ਿਆਦਾ, ਸਭ ਤੋਂ ਪਹਿਲਾਂ ਗਲਾ ਉਹਦਾ ਹੀ ਕੱਟਿਆ ਜਾਂਦਾ, ਸਭ ਤੋਂ ਪਹਿਲਾਂ ਛੁਰੀ ਉਹਦੇ 'ਤੇ ਟਿਕਾਉਂਦਾ ਪਰਮੇਸ਼ਰ, ਸਭ ਤੋਂ ਪਹਿਲਾਂ ਉਹੀ ਮੈਂ ਹੀ ਉਹਨੂੰ ਮਾਰਦੀ ਆ। ਮੌਤ ਤੁਹਾਨੂੰ ਬਾਅਦ 'ਚੋਂ ਮਾਰਦੀ ਆ, ਬੰਦੇ ਦੀ ਹਉਮੈ ਉਹਨੂੰ ਪਹਿਲਾਂ ਮਾਰ ਦਿੰਦੀ ਆ। ਮੌਤ ਬੰਦੇ ਨੂੰ ਬਾਅਦ 'ਚੋਂ ਮਾਰਦੀ ਆ, ਪਰ ਉਹਦੇ ਅੰਦਰ ਜਿਹੜੀ ਹਉਮੈ ਆ ਉਹਨੂੰ ਸਭ ਤੋਂ ਪਹਿਲਾਂ ਹੀ ਖਤਮ ਕਰ ਦਿੰਦੀ ਆ। ਉਹ ਖਤਮ ਕਰਨ ਦਾ ਭਾਵ ਆ ਉਹਦੀ ਰੂਹਾਨੀਅਤ ਨੂੰ, ਉਹਦੀ ਸਪਿਰਿਚੁਅਲ ਪਾਵਰ ਨੂੰ, ਉਹਦੇ ਗੁਣਾਂ ਨੂੰ। ਹਰ ਬਿਸਰਤ ਤੇਰੇ ਗੁਣ ਗਲਿਆ, ਉਹਦੇ ਗੁਣ ਗਲ ਜਾਂਦੇ ਆ ਹਉਮੈ ਕਰਕੇ। ਹੁਣ ਉਹ ਫਿਰ ਜਿਹੜੀ ਨਿੱਕੀ ਜਿੰਦ ਆ ਉਹ ਕਹਿ ਰਹੀ ਆ ਮੈਂ ਕੁਝ ਵੀ ਨਹੀਂ ਹਾਂ, ਮੈਂ ਕੁਝ ਵੀ ਨਹੀਂ ਹਾਂ। ਬਸ ਰੱਬ ਨੇ ਕਿਹਾ ਸਭਾ ਦੇ ਵਿੱਚ, ਜਿਹੜੇ ਕਹਿੰਦੇ ਆ ਮੈਂ ਕੁਝ ਨਹੀਂ ਹਾਂ ਉਹ ਸਭ ਕੁਝ ਹੁੰਦੇ ਆ, ਜੋ ਕਹਿੰਦੇ ਆ ਮੈਂ ਬਹੁਤ ਕੁਝ ਹਾਂ ਉਹ ਕੱਖ ਵੀ ਨਹੀਂ ਹੁੰਦੇ। ਆਪ ਸਕੋ ਜੋ ਭਲਾ ਕਹਾਵੇ, ਤਿਸੇ ਭਲਾਈ ਨਿਕਟ ਨਾ ਆਵੇ। ਆਪ ਸਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਉੱਚਾ। ਇਸ ਕਰਕੇ ਜਿਹੜੀ ਨਿਮਰਤਾ ਵਾ ਉਹ ਤਾਂ ਹੈਗੀ ਆ ਗੁਣਾਂ ਦਾ ਨਿਚੋੜ, ਜਿਹੜੀ ਹਉਮੈ ਆ ਉਹ ਹੈ ਸਾਰੇ ਰੋਗਾਂ ਦੀ ਜੜ। ਹੁਣ ਆਪਾਂ ਦੇਖੋ ਕਿ ਇਨਸਾਨ ਦੇ ਅੰਦਰ ਜੋ ਲੁਕਮਾਨ ਦੀ ਕਹਾਣੀ ਪਹਿਲਾਂ ਕਹੀ ਆ, ਸੰਤ ਹੋਏ ਇਹ, ਕਿ ਬੰਦਾ ਦੱਸਣਾ ਚਾਹੁੰਦਾ ਦੂਜੇ ਨੂੰ, ਤਾਂ ਹੀ ਇੰਨਾ ਰੌਲਾ ਰੱਪਾ ਪਾਉਂਦਾ ਵੀ ਮੈਂ ਹੈਗਾ ਕੁਝ। ਘਰਾਂ ਦੇ ਨਕਸ਼ੇ ਇੱਦਾਂ ਦੇ ਆ ਵੀ ਦੂਜੇ ਦੇਖਣ, ਕੱਪੜਿਆਂ ਦੇ ਡਿਜ਼ਾਈਨ ਬੰਦੇ ਇੱਦਾਂ ਦੇ ਪਾਉਂਦੇ ਵੀ ਦੂਜੇ ਦੇਖਣ, ਕਾਰਾਂ ਦਾ ਆਕਾਰ ਇੱਦਾਂ ਦਾ ਡਿਜ਼ਾਈਨ। ਵੱਡੀ ਕਾਰ ਤਾਂ ਹੀ ਆ ਕਹਿੰਦੇ ਕਿ ਛੋਟੀਆਂ ਕਾਰਾਂ ਨਾਲ ਵੀ ਸਰ ਜਾਣਾ ਸੀਗਾ, ਤੇ ਵੱਡੀਆਂ ਕਾਰਾਂ ਬੰਦੇ ਦੀ ਹਉਮੈ ਨੂੰ, ਲੰਮੀਆਂ ਕਾਰਾਂ ਹਉਮੈ ਨੂੰ ਸੰਤੁਸ਼ਟ ਕਰਨ ਲਈ ਕੰਪਨੀਆਂ ਨੂੰ ਬਣਾਉਣੀਆਂ ਪਈਆਂ, ਤੇ ਲੋਕ ਉਹਨੂੰ ਖਰੀਦਦੇ ਵੀ ਆ। ਇਹ ਸਭ ਕੀ ਆ ਵੀ ਦੂਜਾ ਦੇਖੇ। ਜਿਹੜਾ ਸੰਸਾਰੀ ਬੰਦਾ ਉਹਨੂੰ ਦੂਜਾ ਚਾਹੀਦਾ ਹੈ, ਉਹਨੇ ਦੂਜੇ ਸਾਹਮਣੇ ਆਪਣੀ ਮੈਂ ਨੂੰ ਪੇਸ਼ ਕਰਨਾ। ਸੰਤ ਦਾ ਇਕੱਲੇ ਦਾ ਵੀ ਸਰ ਜਾਂਦਾ। ਸਾਧੂ ਸੰਤ ਜਿਹੜੇ ਨੇ ਇਕਾਂਤ ਵਿੱਚ ਵੀ ਰਹਿ ਪੈਂਦੇ ਆ, ਪਰ ਆਮ ਬੰਦੇ ਨੂੰ ਦੂਜਾ ਚਾਹੀਦਾ ਹੀ ਆ, ਹਮੇਸ਼ਾ ਦੂਜਾ ਚਾਹੀਦਾ। ਉਹਦਾ ਕਾਰਨ ਕੀ? ਉਹਨੇ ਦਿਖਾਉਣਾ ਵੀ ਦੂਜਿਆਂ ਨੂੰ ਮੈਂ ਕੁਝ ਹੈਗਾ। ਹੁਣ ਅੱਗੇ ਉਦਾਹਰਨਾਂ ਸਾਰੀਆਂ ਇਹੀ ਆ। ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ, ਦੇਵਤੇ ਵੀ ਇਹ ਤੋਂ ਬਚ ਨਹੀਂ ਪਾਏ ਹਉਮੈ ਤੋਂ। ਬ੍ਰਹਮਾ ਵਰਗਾ ਦੇਵਤਾ ਵੀ, ਵੇਦ ਉਹਨੇ ਪੜ੍ਹੇ, 4 ਕੰਠ ਕਰ ਲਏ। ਇਹ ਪਹਿਲਾਂ ਵੀ ਆਪਾਂ ਬਹੁਤ ਵਾਰੀ ਦੀਵਾਨ 'ਚ ਆਖਿਆ ਵੀ ਬਾਣੀ ਇਕੱਲੀ ਕੰਠ ਕਰਨ ਨਾਲ ਵੀ ਜ਼ਰੂਰੀ ਨਹੀਂ ਬੰਦਾ ਤਰ ਜੂਗਾ। ਔਰੰਗਜ਼ੇਬ ਹੋਇਆ, ਉਹਨੂੰ 5 ਨਮਾਜ਼ਾਂ ਕੰਠ ਸੀਗੀਆਂ, ਤਰਿਆ ਉਹ ਵੀ ਨਹੀਂ ਹੈਗਾ। ਬਾਬਾ ਪ੍ਰਿਥੀ ਚੰਦ ਜੀ ਗੁਰੂ ਅਰਜਨ ਦੇਵ ਜੀ ਕੋਲ ਰਹੇ, ਤਰੇ ਉਹ ਵੀ ਨਹੀਂ ਹੈਗੇ। ਬਾਣੀ ਕੰਠ ਕਰਨਾ ਬਹੁਤ ਚੰਗੀ ਗੱਲ ਆ, ਬਹੁਤ ਵਧੀਆ। ਤੁਸੀਂ ਉਹਨੂੰ ਕਿਤੇ ਵੀ ਹੁਣ ਪੜ੍ਹ ਸਕਦੇ ਹੋ, ਪਰ ਇਹ ਨਹੀਂ ਕਿ ਤੁਸੀਂ ਹੁਣ ਬਾਣੀ ਕੰਠ ਕਰ ਲਈ, ਇਕੱਲੀ ਕਮਾਈ ਹੈ ਨਹੀਂ ਤੇ ਤੁਹਾਡਾ ਭਲਾ ਹੋ ਜੇ। ਬ੍ਰਹਮਾ ਨੇ ਵੇਦ ਕੰਠ ਕਰ ਲਏ, ਤਰਿਆ ਉਹ ਵੀ ਨਹੀਂ, ਹਉਮੈ ਉਹ 'ਚ ਵੀ ਆ ਗਈ ਕਿ ਮੈਨੂੰ ਵੇਦ ਕੰਠ ਆ। ਵਿਸ਼ਨੂੰ ਮਹਾਦੇਵ ਸ਼ਿਵ ਜੀ ਨੂੰ ਕਹਿੰਦੇ ਆ ਤ੍ਰੈ ਗੁਣ ਰੋਗੀ। ਹਉਮੈ ਵਾਲਾ ਰੋਗ ਇਹਨਾਂ 'ਚ ਵੀ ਆ ਗਿਆ। ਵਿੱਚ ਹਉਮੈ ਕਾਰ ਕਮਾਈ। ਗੁਰੂ ਰਾਮਦਾਸ ਜੀ ਕਹਿੰਦੇ ਜਿਨ ਕੀਏ ਤਿਸੇ ਨ ਚੇਤੇ ਬੱਪੜੇ, ਹਰ ਗੁਰਮੁਖ ਸੋਝੀ ਪਾਈ। ਜਿਨ੍ਹਾਂ ਨੇ, ਵਾਹਿਗੁਰੂ ਨੇ ਇਹਨਾਂ ਨੂੰ ਬਣਾਇਆ ਸੀਗਾ ਦੇਵਤਿਆਂ ਨੂੰ, ਇਹਨਾਂ ਨੇ ਉਹਨਾਂ ਨੂੰ ਯਾਦ ਨਹੀਂ ਕੀਤਾ ਮਾਲਕ ਨੂੰ। ਇਹ ਆਪਦੀ ਪੂਜਾ ਕਰਵਾਉਣ ਲੱਗ ਗਏ।
ਜਿਹੜੇ ਦੇਵਤੇ ਸੀਗੇ ਇਹਨਾਂ ਨੇ ਆਪ ਦੀ ਪੂਜਾ ਕਰਵਾਈ ਆ, ਰੱਬ ਦੀ ਪੂਜਾ ਨਹੀਂ ਕਰਾਈ। ਜਦੋਂ ਕੋਈ ਗੁਰੂ ਨਾਨਕ ਸਾਹਿਬ ਜੀ ਨੂੰ ਰੱਬ ਕਹਿੰਦਾ ਜਾਂ ਗੁਰੂ ਗੋਬਿੰਦ ਸਿੰਘ ਜੀ ਨੂੰ, ਉਹ ਕਹਿੰਦੇ ਆ ਜੋ ਹਮ ਕੋ ਪਰਮੇਸ਼ਰ ਉਚਰ ਹੈ ਸੋ ਸਭ ਨਰਕ ਕੁੰਟ ਮੈਂ ਪਰ ਹੈ। ਜਿਹੜੇ ਮੈਨੂੰ ਰੱਬ ਕਹਿਣਗੇ ਉਹ ਨਰਕਾਂ ਨੂੰ ਜਾਣਗੇ। ਮੈਂ ਰੱਬ ਨਹੀਂ ਹਾਂ, ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਮੈਂ ਤਾਂ ਉਹਦਾ ਭੇਜਿਆ ਹੋਇਆ ਇੱਕ ਦਾਸ ਹਾਂ, ਉਹਦਾ ਪੁੱਤਰ ਹਾਂ, ਪੈਗਾਮ ਲੈ ਕੇ ਆਇਆ ਉਹਦਾ, ਮੈਂ ਰੱਬ ਨਹੀਂ ਹੈਗਾ। ਗੁਰੂ ਨਾਨਕ ਸਾਹਿਬ ਜੀ ਵੀ ਕਹਿੰਦੇ ਆ ਕਿ ਜਿਵੇਂ ਜਿਵੇਂ ਰੱਬ ਬੁਲਾ ਰਿਹਾ ਤਿਵੇਂ ਤਿਵੇਂ ਬੋਲ ਰਹੇ ਹਾਂ, ਸਾਡਾ ਇਹਦੇ ਵਿੱਚ ਕੁਝ ਵੀ ਨਹੀਂ। ਹਉਮੈ ਰੋਗ ਸਭ ਜਗਤ ਵਿਆਪਿਆ। ਪਰ ਦੇਵਤਿਆਂ ਨੇ ਇਹ ਨਹੀਂ ਕਿਹਾ, ਉਹਨਾਂ ਨੇ ਆਪ ਦੀ ਪੂਜਾ ਕਰਵਾਈ ਆ। ਉਹ ਕਹਿੰਦੇ ਸਾਨੂੰ ਕਹੋ ਅਸੀਂ ਰੱਬ ਹਾਂ। ਕਿਸੇ ਵੀ ਗੁਰੂ ਸਾਹਿਬ ਜੀ ਨੇ ਇਹ ਨਹੀਂ ਕਿਹਾ ਅਸੀਂ ਰੱਬ ਹਾਂ, ਕਦੇ ਵੀ ਕਿਤੇ ਨਾ। ਭਗਤ ਨੇ ਕਿਸੇ ਨੇ ਕਿਹਾ ਮੈਂ ਭਗਤ ਹਾਂ, ਬਸ ਤਾਂ ਹੀ ਉਹ ਭਗਤ ਸੀਗੇ, ਤਾਂ ਹੀ ਉਹ ਉੱਚੇ ਸੀਗੇ। ਕਿਸੇ ਗੁਰਸਿੱਖ ਨੇ ਕਦੇ ਨਹੀਂ ਕਿਹਾ ਕਿ ਮੈਂ ਇੰਨੀ ਬੰਦਗੀ ਕਰਦਾ, ਇੰਨੀ ਕਮਾਈ ਕਰਦਾ, ਕਦੇ ਨਹੀਂ ਕਹੂਗਾ ਉਹ, ਕਿਉਂਕਿ ਉਹਨੂੰ ਪਤਾ ਕਹਿਣ ਦੇ ਨਾਲ ਖਤਮ ਹੋ ਜਾਣਾ ਸਭ ਕੁਝ। ਹਉਮੈ ਰੋਗ ਸਭ ਜਗਤ ਵਿਆਪਿਆ, ਤਿਨ ਕੋ ਜਨਮ ਮਰਨ ਦੁਖ ਭਾਰੀ। ਇਹ ਗੱਲ ਨੂੰ ਫਿਰ ਗੁਰੂ ਰਾਮਦਾਸ ਜੀ ਸਪਸ਼ਟ ਕਰਦੇ ਆ, ਕਹਿੰਦੇ ਹਉਮੈ ਵੱਡਾ ਗੁਬਾਰ ਹੈ। ਸਾਰਾ ਅੱਜ ਟੌਪਿਕ ਹਉਮੈ ਦਾ ਹੀ ਆ। ਹਉਮੈ ਵੱਡਾ ਗੁਬਾਰ ਹੈ। ਗੁਬਾਰ ਕਹਿੰਦੇ ਆ ਘੁੱਪ ਹਨੇਰਾ, ਬਿਲਕੁਲ ਹਨੇਰਾ ਹੀ ਹੋਵੇ, ਕੁਝ ਨਾ ਦਿਖੇ। ਹਉਮੈ ਇੰਨਾ ਹਨੇਰਾ ਵਾ, ਇਹੋ ਜਿਹੀ ਆ ਹਉਮੈ। ਤੇ ਹਉਮੈ ਵਿੱਚ ਬੁੱਝ ਨਾ ਸਕੈ ਕੋਈ। ਅਗਲੀ ਪੰਕਤੀ ਵਿੱਚ ਨਾਲ ਹੀ ਉਹਦੇ ਅਰਥ, ਹਉਮੈ ਵਿੱਚ ਬੁੱਝ ਨਾ ਸਕੈ ਕੋਈ। ਕੀ ਨਹੀਂ ਬੁੱਝਦਾ ਬੰਦਾ? ਗੁਰੂ ਦਾ ਹੁਕਮ ਨਹੀਂ ਬੁੱਝ ਸਕਦਾ। ਇਹ ਗੱਲ ਤੇ ਯਕੀਨ ਨਹੀਂ ਕਰ ਸਕਦਾ ਕਿ ਲਿਖਿਆ ਵਰਤਦਾ ਸਭ ਕੁਝ ਵਾਹਿਗੁਰੂ ਨੇ ਲਿਖਿਆ ਹੋਇਆ ਪਹਿਲਾਂ ਤੋਂ, ਉਹ ਤੈਅ ਆ, ਉਹੀ ਹੋ ਰਿਹਾ। ਬੰਦਾ ਇਹ ਸਮਝ ਨਹੀਂ ਸਕਦਾ ਜਿੰਨਾ ਸਮਾਂ ਉਹ 'ਚ ਹਉਮੈ ਆ, ਕਿਉਂਕਿ ਉਹਨੂੰ ਲੱਗਣਾ ਕਿ ਮੈਂ ਕੁਝ ਕਰ ਰਿਹਾ। ਜਿਵੇਂ ਹਾਥੀ 'ਤੇ ਬੈਠੀ ਹੋਈ ਮੱਖੀ ਆ, ਉਹ ਦੱਸ ਰਹੀ ਆ ਹਾਥੀ ਨੂੰ ਕਿ ਤੈਨੂੰ ਮੇਰਾ ਭਾਰ ਲੱਗਦਾ ਹੋਊਗਾ, ਮੈਂ ਤੇਰੇ 'ਤੇ ਬੈਠੀ ਹਾਂ। ਉਹ ਪੁਲ ਤੋਂ ਲੰਘ ਰਿਹਾ, ਉਹ ਕਹਿ ਰਹੀ ਆ ਜੇ ਤੈਨੂੰ ਭਾਰ ਲੱਗਦਾ, ਰੌਲਾ ਪਾ ਰਹੀ, ਮੈਨੂੰ ਦੱਸ ਦੇ, ਮੈਂ ਉੱਡ ਜਾਂਦੀ ਹਾਂ। ਤੇ ਜਾਣ ਲੱਗੀ ਉਹ ਇਹ ਵੀ ਕਹਿ ਕੇ ਜਾਂਦੀ ਆ ਕਿ ਮੇਰੇ ਕਰਕੇ ਤੇਰਾ ਸਫ਼ਰ ਵਧੀਆ ਰਿਹਾ ਹੋਣਾ। ਹੁਣ ਹਾਥੀ ਨੂੰ ਉਹਦੇ ਨਾਲ ਕੀ ਮਤਲਬ ਹੈ? ਹਾਥੀ ਨੂੰ ਕੀ ਪਤਾ ਉਹ ਕਦੋਂ ਆਉਂਦੀ ਆ ਕਦੋਂ ਜਾਂਦੀ ਆ। ਇੰਨਾ ਰੌਲਾ ਰੱਪਾ ਪਾ ਰਹੀ ਆ, ਹਾਥੀ ਨੂੰ ਉਹਦੇ ਕੋਈ ਪਰਵਾਹ ਨਹੀਂ। ਅਸਲ 'ਚ ਜਿਹੜੀ ਸਾਡੀ ਮੈਂ ਆ ਉਹ ਇਵੇਂ ਆ। ਕਿਸੇ ਮਹਾਂਪੁਰਖਾਂ ਨੇ ਜਪਜੀ ਸਾਹਿਬ ਦੇ ਅਰਥਾਂ ਦਾ ਟੀਕਾ ਕੀਤਾ, ਬਹੁਤ ਚੜ੍ਹਦੀ ਕਲਾ ਵਾਲੇ, ਤੇ ਉਹਨਾਂ ਨੇ ਇੱਕ ਕਹਾਣੀ ਲਿਖੀ, ਸਮਝ ਆਊ ਤੁਹਾਨੂੰ ਹਉਮੈ ਦੀ ਡੈਫੀਨੇਸ਼ਨ ਜਿਹੜੀ ਆ। ਉਹ ਕਹਿੰਦੇ ਇੱਕ ਮੱਖੀ ਸੀ, ਉਹਨਾਂ ਨੇ ਵੀ ਇਹੀ ਉਦਾਹਰਨ ਲਈ ਆ, ਕਿਉਂਕਿ ਉਹਦਾ ਸੁਭਾਅ ਹੀ ਇਹ ਹੁੰਦਾ ਗੰਦਗੀ 'ਤੇ ਬੈਠਣਾ, ਇਹੀ ਸੁਭਾਅ ਹੁੰਦਾ। ਕਹਿੰਦੇ ਇੱਕ ਰੱਥ ਲੰਘਿਆ ਜਾਵੇ, ਰੱਥ ਦੇ ਅੱਗੇ ਕਈ ਘੋੜੇ ਜੋੜੇ ਹੋਏ, ਪਿੱਛੇ ਰੱਥ ਤੇ ਮੱਖੀ ਰੱਥ 'ਤੇ ਬੈਠੀ ਆ। ਤੇ ਜਦੋਂ ਰੱਥ ਕੱਚੇ ਰਾਹ ਤੋਂ ਲੰਘ ਰਿਹਾ, ਧੂੜ ਖੂਬ ਉੱਡੀ, ਧੂੜ ਬਹੁਤ ਉੱਡੀ, ਇਤਨੀ ਉੱਡੀ ਕੁਝ ਦਿਖ ਨਹੀਂ ਰਿਹਾ। ਮੱਖੀ ਨੇ ਕਿਹਾ ਲੈ ਇਹ ਸਭ ਤੇਰੇ ਕੀਤੇ ਹੀ ਹੋ ਰਿਹਾ, ਇੱਥੋਂ ਤੁਹਾਨੂੰ ਸਮਝ ਲੱਗੂ। ਮੱਖੀ ਕਹਿਣ ਲੱਗੀ ਲੈ ਤੂੰ ਕਿੰਨੀ ਧੂੜ ਉਡਾ ਰਹੀ ਆ, ਤੇਰੇ ਕਰਕੇ ਇੰਨੀ ਧੂੜ ਉੱਡ ਰਹੀ ਆ। ਮੱਖੀ ਇਹ ਨਹੀਂ ਜਾਣਦੀ ਕਿ ਧੂੜ ਤਾਂ ਰੱਥ ਦੀ ਆ, ਧੂੜ ਤਾਂ ਘੋੜਿਆਂ ਦੀ ਆ, ਤੇਰੇ ਕੀਤਿਆਂ ਕੀ ਹੋ ਰਿਹਾ? ਕੁਝ ਵੀ ਨਹੀਂ, ਤੂੰ ਤਾਂ ਗੰਦਗੀ ਫੈਲਾ ਸਕਦੀ। ਇਨਸਾਨ ਜਦੋਂ ਇਨਸਾਨ 'ਤੇ ਗੁਰੂ ਸਾਹਿਬ ਦੀ ਕਿਰਪਾ ਹੋ ਜੇ, ਇਨਸਾਨ ਕੁਝ ਬਾਣੀ ਪੜ੍ਹਾ ਲੈਂਦਾ ਹੈ, ਵਾਹਿਗੁਰੂ ਪਰਮੇਸ਼ਰ ਇਨਸਾਨ ਤੋਂ ਕਥਾ ਕਰਵਾ ਲੈਂਦਾ ਹੈ, ਸੇਵਾ ਕਰਵਾ ਲੈਂਦਾ, ਦਾਨ ਪੁੰਨ ਕਰਵਾ ਲੈਂਦਾ। ਜਦੋਂ ਹੀ ਬੰਦਾ ਕਹਿ ਰਿਹਾ ਹੁੰਦਾ ਇਹ ਤਾਂ ਮੈਂ ਕਰਤਾ, ਬਸ ਸਮਝ ਲਓ ਮੱਖੀ ਕਹਿ ਰਹੀ ਆ ਧੂੜ ਮੈਂ ਉਡਾ ਰਹੀ ਹਾਂ। ਧੂੜ ਘੋੜੇ ਉਡਾ ਰਹੇ ਆ, ਰੱਥ ਉਡਾ ਰਿਹਾ, ਰੱਥ ਦੇ ਪਹੀਏ, ਮੱਖੀ ਨੂੰ ਲੱਗ ਰਿਹਾ ਮੈਂ ਕਰ ਰਹੀ ਹਾਂ। ਬਸ ਇੱਥੇ ਹੀ ਭੁੱਲ ਆ। ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੈ ਕੋਏ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕ ਠਾਏ। ਹਉਮੈ ਤੇ ਵਾਹਿਗੁਰੂ ਦਾ ਨਾਮ ਇੱਕ ਜਗ੍ਹਾ ਨਹੀਂ ਰਹਿ ਸਕਦੇ। ਬੰਦਗੀ ਤੇ
ਮੈਂ ਇੱਕ ਜਗ੍ਹਾ ਨਹੀਂ ਵਸ ਸਕਦੇ। ਕਿਵੇਂ? ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ। ਇੱਕ ਗਲਾਸ ਦੇ ਵਿੱਚ ਪਾਣੀ ਭਰਿਆ ਹੋਇਆ, ਪੂਰਾ ਪਾਣੀ, ਜੇਕਰ ਤੁਸੀਂ ਉਸ ਨੂੰ ਕੱਢੋਗੇ ਨਹੀਂ, ਦੁੱਧ ਕਿਵੇਂ ਉਹ 'ਚ ਪਾਓਗੇ? ਜੇ ਦੁੱਧ ਪਾਉਣਾ ਤਾਂ ਪਾਣੀ ਪਹਿਲਾਂ ਕੱਢਣਾ ਪਊਗਾ, ਫਿਰ ਦੁੱਧ ਸਮਾਊ ਉਹਦੇ ਵਿੱਚ। ਆਪਦੀ ਹਉਮੈ ਨੂੰ ਕੱਢੋਗੇ ਫਿਰ ਬਾਣੀ ਉਹਦੇ ਵਿੱਚ ਟਿਕੂ ਜਾ ਕੇ, ਅਦਰਵਾਈਜ਼ ਉਹ ਨਹੀਂ ਵਸ ਨਹੀਂ ਸਕਦੀ ਇਹ ਚੀਜ਼। ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੈ ਕੋਏ। ਹਉਮੈ ਇਹੋ ਸਰੀਰ ਹੈ, ਜਿਹੜਾ ਸਰੀਰ ਆ ਸਾਡਾ, ਅਸੀਂ ਹੈਗੇ ਆ ਸਰੀਰ, ਇਹ ਹਉਮੈ ਕਰਕੇ ਹੀ ਆ। ਇਹ ਹਉਮੈ ਨਾ ਹੋਵੇ ਤਾਂ ਖਤਮ ਹੋ ਜੇ ਕਹਾਣੀ, ਜਨਮ ਮਰਨ ਖਤਮ ਹੋ ਜੇ, ਇਹਦੇ ਕਰਕੇ ਹੀ ਆ। ਜਨਮ ਮਰਨ ਕਿਉਂ ਆ? ਜਨਮਾਂ 'ਤੇ ਸਿਰ ਦੁਖਦਾ, ਜਨਮਾਂ 'ਤੇ ਸੁਪਨੇ ਟੁੱਟੇ ਆ, ਜਨਮਾਂ 'ਤੇ ਆਸਾ ਖਤਮ ਹੋਈ ਆ, ਜਨਮਾਂ ਤਾਂ ਗੋਡੇ ਦੁਖਦੇ ਆ, ਜਨਮਾਂ ਤਾਂ ਕੈਂਸਰ ਆ, ਜਨਮਾਂ ਤਾਂ ਸ਼ੂਗਰ ਆ, ਜਨਮ ਨਹੀਂ ਤਾਂ ਕੁਝ ਵੀ। ਅਸਲ ਚੀਜ਼ ਹਉਮੈ ਆ, ਹਉਮੈ ਇਹੋ ਸਰੀਰ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਆ, ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਹੇ। ਗੁਰ ਪ੍ਰਸਾਦੀ ਕੋ ਵਿਰਲਾ ਛੂਟੈ ਤਿਸ ਜਨ ਕੋ ਹਉ ਬਲਿਹਾਰੀ। ਤਿਸ ਜਨ ਕੋ ਹਉ ਬਲਿਹਾਰੀ, ਜਿਹੜੇ ਵਾਹਿਗੁਰੂ ਦੇ ਪਿਆਰੇ ਮੁਕਤ ਹੋ ਗਏ ਤੇ ਉਹ ਉਹਨਾਂ ਤੋਂ ਸਦਕੇ ਜਾਂਦੇ, ਟੋਟੇ ਟੋਟੇ ਹੋ ਕੇ ਕੁਰਬਾਨ ਜਾਂਦੇ ਆ। ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ, ਤਾਕਾ ਰੂਪ ਅਪਾਰੂ। ਵਾਹਿਗੁਰੂ ਬਹੁਤ ਸੋਹਣਾ ਹੈ ਜਿਹਨੇ ਸ੍ਰਿਸ਼ਟੀ ਸਾਜੀ ਆ, ਜਿਹਨੇ ਸਭ ਕੁਝ ਬਣਾਇਆ, ਉਹ ਆਪ ਕਿੰਨਾ ਸੋਹਣਾ ਹੋਊਗਾ। ਗੁਰੂ ਰਾਮਦਾਸ ਜੀ, ਨਾਨਕ ਆਪੇ ਵੇਖ ਹਰ ਬਿਗਸੈ, ਗੁਰਮੁਖ ਬ੍ਰਹਮ ਵਿਚਾਰੂ। ਗੁਰਮੁਖ ਇਹ ਗੱਲ ਕਹਿੰਦੇ ਆ ਕਿ ਉਹ ਆਪ ਹੀ ਸਭ ਕੁਝ ਕਰਤਾ ਧਰਤਾ ਹੈ। ਇਨਸਾਨ ਸਿਰਫ ਕਹਿੰਦਾ ਵੀ ਮੈਂ ਕਰਦਾ, ਪਰ ਜੇ ਉਹ ਸਾਹ ਹੀ ਨਾ ਦੇਵੇ, ਵਾਜਾ ਹੀ ਨਾ ਵਜਾਵੇ, ਸਾਹ ਦਾ ਪੱਖਾ ਹੀ ਨਾ ਮਾਰੇ, ਬੰਦਾ ਨਹੀਂ ਕੁਝ ਕਰ ਸਕਦਾ। ਪੁੱਛਣ ਵਾਲੇ ਕਿਸੇ ਨੇ ਪੁੱਛਿਆ ਕੀ ਹਾਲ ਆ ਕਿਸੇ ਸੱਜਣ ਨੇ, ਅੱਗੋਂ ਗੁਰਮੁਖ ਦਾ ਜਵਾਬ ਸੀ, ਕਿਸੇ ਗੁਰਮੁਖ ਦਾ ਜਵਾਬ ਸੀ। ਉਹ ਕਹਿੰਦਾ ਸ਼ੁਕਰ ਆ ਜਿਹੜਾ ਸੁੱਤਿਆਂ ਪਿਆਂ ਨੂੰ ਵੀ ਸਾਹ ਹੀ ਜਾਂਦੇ। ਪੁੱਛਣ ਵਾਲੇ ਨੇ ਹਾਲ ਪੁੱਛਿਆ ਤੇਰਾ ਕੀ ਹਾਲ ਆ, ਸਾਹਮਣੋਂ ਜਵਾਬ ਗੁਰਮੁਖ ਨੇ ਦਿੱਤਾ ਕਿਸੇ ਚੰਗੀ ਰੂਹ ਨੇ। ਉਹ ਕਹਿੰਦਾ ਸ਼ੁਕਰਾਨਾ ਹੀ ਆ ਉਹਦਾ। ਸ਼ੁਕਰਾਨਾ ਕਾਹਦਾ? ਸੁੱਤੇ ਪਿਆਂ ਨੂੰ ਵੀ ਸਾਹ ਹੀ ਜਾਂਦੇ, ਮੈਂ ਤਾਂ ਸੌਂ ਗਿਆ, ਸਾਹ ਉਹਨੇ ਮੈਨੂੰ ਦਿੱਤੇ ਆ। ਸਾਹ ਦੀ ਬੁਰਕੀ ਤੋੜਦਾ, ਮੂੰਹ ਵਿੱਚ ਪਾਉਂਦਾ, ਫੇਰ ਮੈਂ ਕੁਝ ਕਰ ਸਕਦਾ। ਰੋਟੀ ਦੀ ਬੁਰਕੀ ਤੁਸੀਂ ਤਾਂ ਮੂੰਹ ਵਿੱਚ ਪਾਓਗੇ ਜੇ ਉਹ ਸਾਹ ਦੀ ਬੁਰਕੀ ਤੁਹਾਡੇ ਅੰਦਰ ਪਾਊਗਾ ਪਹਿਲਾਂ। ਉਹ ਮਾਂ ਹੈ ਸਭ ਦੀ, ਤੇ ਉਹ ਸਾਹਾਂ ਦੀ ਬੁਰਕੀ ਤੋੜ ਕੇ ਸਭ ਦੇ ਮੁੱਖ ਵਿੱਚ ਪਾ ਰਿਹਾ। ਸਾਸ ਸਾਸ ਸੰਭਾਲੇ, ਤਾਂ ਉਹਨੂੰ ਆਪਾਂ ਇੰਨਾ ਪਿਆਰ ਕਰਨਾ ਕਿ ਉਹਨੇ ਸਾਨੂੰ ਇਹ ਜ਼ਿੰਦਗੀ ਬਖਸ਼ੀ ਆ ਕਿ ਅਸੀਂ ਇੱਥੇ ਆਏ ਹਾਂ ਆਤਮਾ ਪਰਮਾਤਮਾ ਨੂੰ ਮਿਲਣ ਲਈ। ਇਹ ਪ੍ਰਮੁੱਖ ਕਾਰਨ ਆਉਣ ਦਾ। ਜੇ ਇਹ ਨਾ ਹੋਇਆ ਤੇ ਕੁਝ ਨਹੀਂ ਹੋਣਾ। ਰੋਜ਼ਾਨਾ ਸਾਖੀ ਜਿਹੜੀ ਸੁਣਦੇ ਹੋ ਆਪ ਜੀ ਸਰਵਣ ਕਰੋ, ਬਹੁਤ ਪਿਆਰੀ ਹੈ। ਗੁਰੂ ਨਾਨਕ ਸਾਹਿਬ ਜੀ ਦੁਨੀਆ ਨੂੰ ਤਾਰਦੇ ਹੋਏ, ਗੁਰੂ ਬਾਬਾ ਜੀ 82,000 ਕਿਲੋਮੀਟਰ ਦੀ ਯਾਤਰਾ ਉਹਨਾਂ ਕੀਤੀ ਆ। ਤੇ ਉਹਨਾਂ ਨੇ ਫਿਰ ਸਾਲਸਰਾਏ ਜੌਹਰੀ ਨੂੰ ਦੱਸਿਆ ਕਿ ਸਭ ਦਾ ਸਤਿਕਾਰ ਕਰੀਦਾ ਹੁੰਦਾ, ਚਾਹੇ ਨੌਕਰ ਹੋਵੇ, ਚਾਹੇ ਨਿਆਣੇ ਹੋਣ, ਕੋਈ ਵੀ ਹੋਵੇ। ਬੰਦੇ ਦਾ ਸਤਿਕਾਰ ਰੱਬ ਦਾ ਸਤਿਕਾਰ। ਇਹ ਸਿਖਾ ਕੇ ਗੁਰੂ ਬਾਬਾ ਜੀ ਇੱਕ ਦਰਿਆ 'ਤੇ ਚਲੇ ਗਏ। ਭਾਈ ਬਾਲਾ ਜੀ ਕਹਿੰਦੇ ਮੈਂ ਵੀ ਨਾਲ ਸੀ, ਉਹਨਾਂ ਨੇ ਜਨਮ ਸਾਖੀ ਲਿਖੀ ਆ। ਕਹਿੰਦੇ ਭਾਈ ਮਰਦਾਨਾ ਜੀ ਨੇ ਮੋਢਿਆਂ 'ਤੇ ਰਬਾਬ ਟੰਗੀ ਆ, ਪਿਆਰੇ ਜੀ ਅੱਗੇ ਹੌਲੀ 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 ਜਾ ਰਹੇ ਆ। ਤੇ ਅੱਗੇ ਇੱਕ ਦਰਿਆ ਆਇਆ ਤੇ ਅਸੀਂ ਸੋਚੀਏ ਵੀ ਇਹ ਪਾਰ ਕਿਵੇਂ ਹੋਵੇਗਾ, ਕਿਉਂਕਿ ਪਾਰ ਕਰਕੇ ਹੀ ਅੱਗੇ ਨਗਰ ਆਉਣਾ, ਕੋਈ ਅੱਗੇ ਟਾਪੂ ਆਉਣਾ, ਕੋਈ ਉੱਥੇ ਜਾਣਾ। ਇਹ ਹੋਊਗਾ ਕਿਵੇਂ? ਏਡਾ ਵੱਡਾ ਦਰਿਆ। ਅਸੀਂ ਇਹ ਸੋਚਦੇ ਹਾਂ। ਬਾਬੇ ਨੇ ਆਖਿਆ ਪਿੱਛੇ ਪਿੱਛੇ ਆਓ ਜੀ, ਗੁਰੂ ਜੀ ਨੇ ਆਖਿਆ ਪਿੱਛੇ ਪਿੱਛੇ ਅਸੀਂ ਗਏ। ਕਹਿੰਦੇ ਇੱਦਾਂ ਲੱਗਾ ਵੀ ਕੋਈ ਚੀਜ਼ ਜਿਹੜੀ ਆ ਸਾਡੇ ਪੈਰਾਂ ਨੂੰ ਛੂਹ ਰਹੀ ਆ। ਅਸਲ ਦੇ ਵਿੱਚ ਉਹ ਬਹੁਤ ਵੱਡੀ ਮੱਛੀ ਸੀਗੀ, ਬਹੁਤ ਵੱਡੀ। ਜਿਵੇਂ ਕਿ ਅੱਜ ਵੀ ਆਪਾਂ ਦੇਖਦੇ ਹਾਂ ਵੇਲ ਮੱਛੀ ਦਾ ਆਕਾਰ ਬਹੁਤ ਵੱਡਾ ਹੁੰਦਾ। ਗੁਰੂ ਨਾਨਕ ਸਾਹਿਬ ਜੀ ਦੇ ਜਦੋਂ ਚਰਨਾਂ ਨੂੰ ਛੋਹ ਪ੍ਰਾਪਤ ਹੋਈ ਉਸ ਮੱਛੀ ਨੂੰ, ਗੁਰੂ ਸਾਹਿਬ ਦੀ, ਤੇ ਉਹ ਇੱਕ ਰੂਪ ਧਾਰਨ ਕਰਦੀ ਹੈ।
ਤੇ ਫਿਰ ਗੁਰੂ ਸਾਹਿਬ ਜੀ ਉਹਨੂੰ ਪੁੱਛਦੇ ਆ ਕਿ ਕੌਣ ਹੋ ਤੁਸੀਂ? ਉਹ ਕਹਿੰਦੀ ਤੁਹਾਡੇ ਤੋਂ ਕੁਝ ਲੁਕਿਆ ਨਹੀਂ ਹੈਗਾ, ਤੁਸੀਂ ਤਾਂ ਹੀ ਮੈਨੂੰ ਲੱਗਦਾ ਪੁੱਛ ਰਹੇ ਹੋ ਵੀ ਤੁਹਾਡੇ ਸਾਥੀਆਂ ਨੂੰ ਪਤਾ ਲੱਗ ਜੇ, ਇਹਨਾਂ ਨੂੰ, ਭਾਈ ਮਰਦਾਨਾ ਜੀ ਨੂੰ, ਭਾਈ ਬਾਲਾ ਜੀ ਨੂੰ, ਤੁਹਾਡੇ ਤੋਂ ਮੈਂ ਕੀ ਲੁਕੋ ਸਕਦੀ ਹਾਂ ਵੀ ਮੇਰੇ ਨਾਲ ਕੀ ਹੋਇਆ, ਮੈਂ ਜੂਨ 'ਚ ਕਿਉਂ ਪਈ ਹਾਂ। ਉਹ ਕਹਿੰਦੇ ਨਹੀਂ ਤੁਸੀਂ ਦੱਸੋ ਤਾਂ ਵੀ। ਫਿਰ ਉਹਨੇ ਦੱਸਿਆ, ਇਹ ਗੱਲ ਸਾਰੀ ਨੋਟ ਕਰਨ ਵਾਲੀ ਆ। ਕਹਿੰਦੇ ਰਾਜਾ ਜਨਕ ਜੀ ਹੋਏ, ਬਹੁਤ ਉਹਨਾਂ ਬੰਦਗੀ ਕੀਤੀ ਆ ਰਾਜੇ ਜਨਕ ਨੇ। ਜਿਹੜੇ ਰਾਜੇ ਹੁੰਦੇ ਆ ਇਹ ਥੋੜ੍ਹੇ 1-2% ਹੀ ਚੰਗੇ ਹੋਏ ਆ ਰਾਜੇ, ਜ਼ਿਆਦਾ ਨਹੀਂ। ਕਦੇ ਕਦੇ ਮਹਾਰਾਜਾ ਰਣਜੀਤ ਸਿੰਘ ਜੀ ਵਰਗੇ ਜਿਨ੍ਹਾਂ ਨੇ ਗੁਰੂ ਘਰਾਂ ਦੀ ਸੇਵਾ ਕਰਵਾਈ, ਤਖਤਾਂ 'ਤੇ ਸੋਨਾ ਇਹਨਾਂ ਲਵਾਇਆ, ਹਜ਼ੂਰ ਸਾਹਿਬ ਦੇ ਵਿੱਚ ਜੋ ਬਿਲਡਿੰਗਾਂ ਬਣੀਆਂ ਮਹਾਰਾਜਾ ਸ਼ੇਰੇ ਪੰਜਾਬ ਜੀ ਨੇ ਕਰਵਾਈਆਂ। ਇਸ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਇਮਾਰਤਾਂ। ਕਦੇ ਕਦੇ ਰਾਜੇ ਚੰਗੇ ਹੁੰਦੇ ਆ। ਇੱਦਾਂ ਹੀ ਰਾਜਾ ਜਨਕ ਸੀਗਾ, ਉਹ ਆਪਦੀ ਕਹਾਣੀ ਦੱਸਣ ਲੱਗੀ ਕਿ ਅਸਲ ਦੇ ਵਿੱਚ ਨਾ ਕਿ ਮੈਂ ਪਹਿਲਾਂ ਰਾਜੇ ਜਨਕ ਕੋਲ ਸੇਵਾਦਾਰ ਸੀ, ਮੈਂ ਉਹਦੀ ਡਿਊਟੀ ਕਰਦਾ ਸੀ। ਇੱਕ ਦਿਨ ਰਾਜੇ ਨੇ ਮੈਨੂੰ ਕੋਈ ਕੰਮ ਕਹਿਤਾ ਵੀ ਇਹ ਕੰਮ ਕਰੀ ਤੂੰ, ਕਾਰਜ ਕਰਨੀ ਸੀਗਾ। ਉਹ ਭਲਾਈ ਦਾ ਕੰਮ, ਸਰਬੱਤ ਦੇ ਭਲੇ ਦਾ ਕੰਮ ਸੀ। ਉਹ ਕਹਿਣ ਲੱਗਾ ਕਿ ਮੈਂ ਕੰਮ ਤਾਂ ਕੀਤਾ ਪਰ ਤੜਫ ਤੜਫ ਕੇ ਕੀਤਾ। ਕਈ ਵਾਰੀ ਕੰਮ ਅਸੀਂ ਕਰਦੇ ਹਾਂ ਪਰ ਸਾਡਾ ਉਹ 'ਚ ਮਨ ਨਹੀਂ ਹੁੰਦਾ। ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਕੰਮ ਤਾਂ ਉਹ ਕਹਿਣ ਲੱਗਾ ਮੈਂ ਕੀਤਾ, ਰਾਜੇ ਜਨਕ ਦਾ ਦੱਸਿਆ ਹੋਇਆ ਕੰਮ ਮੈਂ ਕੀਤਾ, ਪਰ ਮੇਰਾ ਮਨ ਨਹੀਂ ਸੀ ਉਹ 'ਚ, ਮੈਂ ਤੜਫ ਤੜਫ ਕੇ ਕੀਤਾ। ਰਾਜੇ ਜਨਕ ਨੇ ਕਿਹਾ ਕਿ ਤੂੰ ਸਰਬੱਤ ਦੇ ਭਲੇ ਲਈ ਤੈਨੂੰ ਮੈਂ ਆਖਿਆ ਇਹ ਕੰਮ ਕਰਨਾ, ਤੂੰ ਤੜਫ ਤੜਫ ਕੇ ਕੀਤਾ। ਲੈ ਤੜਫ ਤੜਫ ਕੇ, ਜਿਵੇਂ ਮੱਛੀ ਨਹੀਂ ਹੁੰਦੀ ਤੜਫਦੀ ਹੈ ਪਾਣੀ ਤੋਂ ਬਿਨਾਂ, ਲੈ ਹੁਣ ਤੂੰ ਉਹੀ ਜਿਉਵੇਂਗਾ, ਉਹੀ ਜੂਨ। ਰਾਜੇ ਨੇ ਕਿਹਾ ਜਦੋਂ ਮੈਂ ਮਰਿਆ ਤੇ ਇਹ ਵਾਲੀ ਜੂਨ ਮੈਨੂੰ ਮਿਲੀ, ਅੱਜ ਤੁਹਾਡੇ ਚਰਨਾਂ ਦੀ ਛੋਹ ਮਿਲੀ ਗੁਰੂ ਜੀ ਤੇ ਮੈਂ ਮੁਕਤ ਹੋ ਗਿਆ। ਗੁਰੂ ਬਾਬੇ ਨੇ ਛੋਹ ਦਿੱਤੀ ਤੇ ਮੈਂ ਅੱਜ ਸਾਰਾ ਕੁਝ ਮੁਕਤ ਹੋ ਗਿਆ। ਤਾਂ ਜਦੋਂ ਵੀ ਤੁਸੀਂ ਕੋਈ ਕਾਰਜ ਕਰੋ, ਹੁਣ ਆਪਾਂ ਸਾਖੀ ਇਤਿਹਾਸ ਨੂੰ ਸੁਣ ਲਿਆ, ਇਹ ਸਾਖੀ ਨਹੀਂ ਹੁੰਦੀ, ਇਹਨੂੰ ਤੁਸੀਂ ਵਰਤਮਾਨ 'ਚ ਲੈ ਕੇ ਆਉਣਾ ਹੁੰਦਾ ਕਿ ਜਦੋਂ ਅਸੀਂ ਬਾਣੀ ਕਈ ਵਾਰ ਪੜ੍ਹਦੇ ਹਾਂ, ਬਾਣੀ ਪੜ੍ਹਨਾ ਚੰਗਾ ਕੰਮ ਆ, ਸੰਗਤ ਕਰਨਾ ਚੰਗਾ ਕੰਮ ਆ। ਜੇ ਅਸੀਂ ਉੱਪਰੋਂ ਕਰਦੇ ਹਾਂ ਫਿਰ ਉਹ ਚੰਗੀ ਗੱਲ ਨਹੀਂ ਕੋਈ ਬਹੁਤੀ। ਜਦੋਂ ਕੋਈ ਘਰ ਦੇ ਪਰਿਵਾਰ ਦੇ ਮੈਂਬਰ ਸਾਨੂੰ ਕਹਿੰਦੇ ਇਹ ਕੰਮ ਤੂੰ ਕਰ ਦੇ, ਸਾਡਾ ਉਹ 'ਚ ਮਨ ਨਹੀਂ ਹੁੰਦਾ, ਕੰਮ ਕਰਨਾ ਵੀ ਆ ਚੰਗਾ ਪਰ ਮਨ ਵੀ ਨਹੀਂ, ਉਹ ਫਿਰ ਗਿਣਿਆ ਨਹੀਂ ਜਾਣਾ। ਕੰਮ ਇਵੇਂ ਕਰੋ ਚੰਗਾ ਵੀ ਕਰੋ ਉਹਨੂੰ, ਹੁਣ ਕੁਝ ਹੋਰ ਨਾ ਹੋਵੇ। ਤੜਫ ਤੜਫ ਕੇ ਚੰਗਾ ਕੰਮ ਕੀਤਾ, ਕਾਹਦਾ ਕੀਤਾ? ਫਿਰ ਉਹ ਕਹਿਣ ਲੱਗਾ ਨਾ ਮੈਂ ਮੱਛੀ ਤਾਂ ਹੀ ਬਣਿਆ ਕਿ ਮੈਂ ਤੜਫ ਤੜਫ ਕੇ ਸਰਬੱਤ ਦੇ ਭਲੇ ਲਈ ਕੰਮ ਕਰਦਾ ਸੀ। ਇਵੇਂ ਨਾ ਕਰੋ। ਇਹ ਬਾਬੇ ਦੀ ਸਾਖੀ ਹੈ। ਸੋ ਗੁਰੂ ਪਿਆਰਿਓ, ਗੁਰੂ ਸਾਹਿਬ ਕਿਰਪਾ ਕਰਨ। ਜੋ ਅੱਜ ਦਾ ਵਿਸ਼ਾ ਸੀ, ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੈ ਕੋਏ, ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ। ਇਸ ਕਰਕੇ ਹਉਮੈ ਬਹੁਤ ਘੁੱਪ ਹਨੇਰਾ ਹੀ ਆ, ਬਹੁਤ ਵੱਡਾ ਹਨੇਰਾ। ਇਹਦੇ ਵਿੱਚ ਤੁਸੀਂ ਇਹ ਗੱਲ ਸਮਝ ਹੀ ਨਹੀਂ ਸਕੋਗੇ ਕਿ ਲਿਖਿਆ ਹੁੰਦਾ, ਸਭ ਕੁਝ ਲਿਖਿਆ ਪਿਆ ਉਹੀ ਹੋਣਾ। ਹਜੇ ਆਪਾਂ ਯਕੀਨ ਨਹੀਂ ਕਰਾਂਗੇ। ਮੱਥ ਹੈ ਜੋ ਤੁਰ ਲਿਖਿਆ, ਮੇਟ ਨਾ ਸਕੈ ਕੋਏ, ਨਾਨਕ ਜੋ ਲਿਖਿਆ ਸੋ ਵਰਤਦਾ। ਲਿਖਿਆ ਹੀ ਹੋਣਾ। ਸੋ ਬੁੱਝੈ ਜਿਸ ਨੂੰ ਨਦਰ ਹੋਏ, ਸੋ ਬੁੱਝੈ। ਇਹ ਗੱਲ ਉਹੀ ਬੁੱਝਦਾ ਜਿਹਦੇ 'ਤੇ ਉਹਦੀ ਕਿਰਪਾ ਹੁੰਦੀ ਹੈ। ਜਿਸ ਆਪ ਬੁਝਾਏ ਸੋ ਬੁੱਝ ਸੀ, ਇਹਨੂੰ ਆਪ ਬੁਝਾਵੇਂਗਾ। ਇਹ ਗੱਲ ਵੀ ਲਿਖਿਆ ਹੀ ਪਿਆ, ਸਭ ਕੁਝ ਉਹੀ ਹੋਣਾ, ਉਹੀ ਹੋ ਰਿਹਾ, ਉਹੀ ਹੋਇਆ ਸੀ, ਉਹੀ ਹੋਵੇਗਾ। ਹਰ ਬੰਦੇ ਦੇ ਵੱਸ ਨਹੀਂ ਇਹ, ਤੇ ਇਹ ਉਹਦੇ 'ਤੇ ਜਿਹਦੇ 'ਤੇ ਕਿਰਪਾ ਹੋ ਗਈ ਮਾਲਕ ਦੀ। ਸੋ ਬੁੱਝੈ ਜਿਸ ਨੂੰ ਨਦਰ ਹੋਏ, ਉਹ ਬੁੱਝੂਗਾ ਜਿਹਦੇ 'ਤੇ ਕਿਰਪਾ ਹੋਊਗੀ। ਕਿਰਪਾ ਕਿਹਦੇ 'ਤੇ ਹੋਊਗੀ? ਜਿਹੜਾ ਬੰਦਗੀ ਕਰੂਗਾ। ਬੰਦਗੀ ਕੌਣ ਕਰੂ? ਜਿਹਦੇ ਉਹਦੇ 'ਤੇ ਕਿਰਪਾ ਹੋਊਗੀ। ਕਿਰਪਾ ਵਿੱਚ ਹੀ ਸਾਰੀ ਗੱਲ ਛੁਪੀ ਹੈ। ਗੁਰੂ ਸਾਹਿਬ ਕਿਰਪਾ ਕਰਨ, ਇਹ ਸਾਖੀਆਂ ਦਿਲਾਂ 'ਚ ਵਸਣ, ਇਹ ਸ਼ਬਦ ਦਿਲਾਂ 'ਚ ਵਸੇ। ਬਸ ਅਰਦਾਸ ਹੋਵੇ ਭੁੱਲ ਚੁੱਕ ਦੀ ਖਿਮਾ। ਆਓ 1 ਮਿੰਟ ਵਾਹਿਗੁਰੂ ਦਾ ਨਾਮ ਜਪੀਏ ਤੇ ਵਾਹਿਗੁਰੂ ਜੀ ਦਾ ਸ਼ੁਕਰ ਕਰੀਏ।
ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਦੇਹੋ ਸੱਜਣੇ ਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ